हाँ जी, सत श्री अकाल गेम चेंजर्स ਸਕਸੈਸ ਦਾ ਰਾਹ ਚੈਨਲ ਤੇ ਆਪ ਸਭ ਦਾ ਜੀ ਆਇਆਂ ਨੂੰ। ਉਹ ਜਗ੍ਹਾ ਜਿੱਥੇ ਸਿੱਖ ਕਮਿਊਨਿਟੀ ਇਨਸਪਾਇਰ ਹੋਣ ਲਈ ਆਉਂਦੀ ਹੈ। ਕੁਝ ਸਮਾਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਸਰਕਾਰ ਵੱਲੋਂ ਲਗਭਗ 100 ਸਾਲ ਪਹਿਲਾਂ ਸਿੱਖਾਂ ਨਾਲ ਕੀਤੇ ਧੱਕੇ, ਤਾਨਾਸ਼ਾਹੀ ਤੇ ਅਣਮੁੱਖੀ ਵਿਵਹਾਰ ਲਈ ਮਾਫੀ ਮੰਗੀ। ਇਸ ਘਟਨਾ ਨੂੰ ਆਪਾਂ ਕਾਮਾਗਾਟਾ ਮਾਰੂ ਸਾਕੇ ਦੇ ਨਾਮ ਨਾਲ ਯਾਦ ਕਰਦੇ ਹਾਂ। पर आखिर उस समय ਇਹੋ ਜਿਹਾ ਕੀ ਹੋਇਆ ਸੀ ਜਿਹਦੀ ਅੱਗ 100 ਸਾਲਾਂ ਤੱਕ ਵੀ ਭਖਦੀ ਰਹੀ ਤੇ ਆਖਿਰਕਾਰ ਗੋਰੀ ਸਰਕਾਰ ਨੂੰ ਮਾਫੀ ਮੰਗ ਕੇ ਜਾਨ ਛਡਾਉਣੀ ਪਈ। ਡਿਟੇਲ 'ਚ ਗੱਲ ਕਰਾਂਗੇ ਕਾਮਾਗਾਟਾ ਮਾਰੂ ਸਾਕੇ ਦੇ ਉਹਨਾਂ ਪਹਿਲੂਆਂ ਤੇ ਵੀ ਜਿਨ੍ਹਾਂ ਨੂੰ ਅੱਜ ਤੱਕ ਫਰੋਲਿਆ ਨਹੀਂ ਗਿਆ। ਬਟ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਕੂਲੀ ਕਿਤਾਬਾਂ 'ਚ ਇਮਾਨਦਾਰੀ ਨਾਲ ਨਾ ਪੜ੍ਹਾਏ ਜਾਣ ਦੇ ਬਾਅਦ ਵੀ ਸਾਡੀ ਨਵੀਂ ਪੀੜ੍ਹੀ ਸਿੱਖ ਇਤਿਹਾਸ ਨਾਲ ਜੁੜੀ ਰਹਿ ਸਕੇ। ਇਹ ਗੱਲ ਸ਼ੁਰੂ ਹੁੰਦੀ ਹੈ 20ਵੀਂ ਸਦੀ ਦੇ ਸ਼ੁਰੂਆਤ 'ਚੋਂ, ਜਦੋਂ ਇੰਡੀਆ ਤੇ ਕੈਨੇਡਾ ਦੋਵੇਂ ਹੀ ਬ੍ਰਿਟਿਸ਼ ਹਕੂਮਤ ਦੇ ਗੁਲਾਮ ਸਨ। ਉਸ ਸਮੇਂ ਇੰਡੀਅਨਸ ਤੇ ਸਪੈਸ਼ਲੀ ਸਿੱਖਾਂ ਦਾ ਕੈਨੇਡਾ ਜਾ ਕੇ ਵਸਣ ਦਾ ਰੁਝਾਨ ਹਜੇ ਸ਼ੁਰੂਆਤੀ ਦੌਰ ਵਿੱਚ ਸੀ। ਹਾਲਾਂਕਿ ਉਸ ਸਮੇਂ ਇੰਡੀਅਨ ਰੁਪੀਸ ਤੇ ਕੈਨੇਡੀਅਨ ਡਾਲਰ 'ਚ ਕੋਈ ਬਾਹਲਾ ਫਰਕ ਨਹੀਂ ਸੀ। ਪਰ ਜਦੋਂ ਬ੍ਰਿਟਿਸ਼ ਇੰਡੀਅਨ ਆਰਮੀ 'ਚ ਭਰਤੀ ਫੌਜੀ ਕੈਨੇਡਾ ਤੋਂ ਵਾਪਸ ਆਉਂਦੇ ਸਨ ਤਾਂ ਉੱਥੋਂ ਦੀਆਂ ਸਿਫਤਾਂ ਸੁਣ ਕੇ ਲੋਕਾਂ ਦਾ ਰੁਝਾਨ ਕੈਨੇਡਾ ਵੱਲ ਵਧਣਾ ਸ਼ੁਰੂ ਹੋ ਗਿਆ। ਉਸ ਸਮੇਂ ਕੈਨੇਡਾ ਜਾ ਕੇ ਵਸਣ ਦੇ ਰੂਲ ਕੋਈ ਬਾਹਲੇ ਸਖਤ ਨਹੀਂ ਸਨ ਕਿਉਂਕਿ ਦੋਨਾਂ ਕੰਟਰੀਜ਼ ਤੇ ਬ੍ਰਿਟੇਨ ਦਾ ਰਾਜ ਹੋਣ ਕਰਕੇ ਕੈਨੇਡਾ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪੈਂਦੀ ਸੀ, ਬਿਕੋਜ਼ ਇਹ ਇੱਕੋ ਕੰਟਰੀ ਦੀ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਜਾਣ ਤਰ੍ਹਾਂ ਹੀ ਸੀ। ਪਰ ਅੰਗਰੇਜ਼ ਕੈਨੇਡਾ ਨੂੰ ਸਿਰਫ ਗੋਰੀ ਚਮੜੀ ਵਾਲਿਆਂ ਦਾ ਦੇਸ਼ ਹੀ ਬਣਾਉਣਾ ਚਾਹੁੰਦੇ ਸਨ। ਇਸ ਲਈ ਜਦੋਂ ਇੰਡੀਅਨ ਤੇ ਅਫਰੀਕਨਸ ਦਾ ਆਉਣਾ ਵੱਧ ਗਿਆ ਤਾਂ ਸਰਕਾਰ ਨੇ ਵੱਖ-ਵੱਖ ਤਰ੍ਹਾਂ ਦੇ ਕਈ ਕਾਨੂੰਨੀ ਫੇਰਬਦਲ ਕਰ ਦਿੱਤੇ ਤਾਂ ਜੋ ਕੋਈ ਵੀ ਕਾਲੀ ਭੂਰੀ ਚਮੜੀ ਵਾਲਾ ਇੱਥੇ ਐਂਟਰ ਨਾ ਹੋ ਸਕੇ। ਹਾਲਾਂਕਿ ਚੀਨੀਆਂ ਤੇ ਜਾਪਾਨੀਆਂ ਲਈ ਕਾਨੂੰਨ ਕੋਈ ਬਾਹਲੇ ਸਖਤ ਨਹੀਂ ਸਨ ਕਿਉਂਕਿ ਕਲਰ ਫੇਅਰ ਹੋਣ ਕਰਕੇ ਉਹ ਮੂਲ ਕੈਨੇਡੀਅਨਸ ਵਿੱਚ ਰਲ ਮਿਲ ਜਾਂਦੇ ਸਨ। ਦਿਨੋਂ ਦਿਨ ਵੱਧ ਰਹੀਆਂ ਕਾਨੂੰਨੀ ਸਖਤੀਆਂ ਦਾ ਕੈਨੇਡਾ 'ਚ ਰਹਿ ਰਹੇ ਇੰਡੀਅਨਸ ਨੇ ਵਿਰੋਧ ਕੀਤਾ। ਰੌਲਾ ਵੱਧ ਗਿਆ ਤੇ ਕੋਰਟ ਕੇਸਾਂ ਦੇ ਦੌਰ ਚੱਲੇ ਤੇ ਅੰਤ ਵਿੱਚ ਸਰਕਾਰ ਦੀ ਹਾਰ ਹੋਈ। ਪਰ ਮਾੜੀ ਨੀਤ ਵਾਲਿਆਂ ਗੋਰੀਆਂ ਦੇ ਦਿਮਾਗ 'ਚ ਤਾਂ ਰੰਗ ਭੇਦ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਬ੍ਰਿਟਿਸ਼ ਕੈਨੇਡੀਅਨ ਸਰਕਾਰ ਨੇ ਇੱਕ ਨਵਾਂ ਲਾਅ ਪਾਸ ਕੀਤਾ ਕਿ ਕੋਈ ਵੀ ਇੰਡੀਅਨ ਇੱਥੇ ਆ ਸਕਦਾ ਹੈ, ਪਰ ਆਉਣ ਵਾਲਾ ਯਾਤਰੀ ਆਪਣੇ ਨਾਗਰਿਕਤਾ ਵਾਲੇ ਦੇਸ਼ ਤੋਂ ਸਿੱਧਾ ਇੱਥੇ ਆਵੇ ਬਿਨਾਂ ਕਿਸੇ ਹੋਰ ਕੰਟਰੀ 'ਚ ਰੁਕੇ, ਤੇ ਜਿਹੜੇ ਜਹਾਜ਼ ਤੇ ਉਹ ਸਫ਼ਰ ਕਰਕੇ ਆਉਣ ਉਹ ਵੀ ਉਸੇ ਦੇਸ਼ ਦੀ ਰਜਿਸਟਰਡ ਕੰਪਨੀ ਦਾ ਹੀ ਹੋਣਾ ਚਾਹੀਦਾ ਹੈ। ਇਹ ਰੂਲ ਕੱਢਣ ਦੇ ਪਿੱਛੇ ਕਾਰਨ ਇਹ ਸੀ ਕਿ ਉਸ ਸਮੇਂ ਹਵਾਈ ਯਾਤਰਾ ਤਾਂ ਹੁੰਦੀ ਨਹੀਂ ਸੀ ਤੇ ਇੰਡੀਆ ਦੀ ਆਪਣੀ ਕੋਈ ਕੰਪਨੀ ਨਹੀਂ ਸੀ ਜੋ ਸ਼ਿਪਿੰਗ ਬਿਜ਼ਨਸ ਵਿੱਚ ਰਜਿਸਟਰਡ ਹੋਵੇ, ਜਿਸ ਕੋਲ ਆਪਣੇ ਜਹਾਜ਼ ਹੋਣ। ਇਸ ਲਈ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਕਈ ਦੇਸ਼ਾਂ ਤੋਂ ਟੁੱਟਵੀਂ ਯਾਤਰਾ ਕਰਕੇ ਇੱਥੋਂ ਤੱਕ ਪਹੁੰਚਣਾ ਪੈਂਦਾ ਸੀ। ਪਰ ਚੁਣੌਤੀਆਂ ਨਾਲ ਹਿੱਕਾ ਤਾਣ ਕੇ ਮੁਕਾਬਲਾ ਕਰਨ ਦੀ ਪਛਾਣ ਸਿੱਖਾਂ ਦੀ ਐਵੇਂ ਹੀ ਨਹੀਂ ਬਣ ਗਈ। ਉਹਨਾਂ ਜ਼ਾਲਮ ਸਰਕਾਰ ਦਾ ਇਹ ਚੈਲੰਜ ਵੀ ਐਕਸੈਪਟ ਕੀਤਾ। ਮਲੇਸ਼ੀਆ ਦੇ ਰਹਿਣ ਵਾਲੇ ਕਾਫੀ ਮਸ਼ਹੂਰ ਤੇ ਰਿਚ ਬਿਜ਼ਨਸਮੈਨ ਸਨ ਭਾਈ ਗੁਰਦਿੱਤ ਸਿੰਘ ਜੀ। ਉਹਨਾਂ ਗੁਰੂ ਨਾਨਕ ਨੈਵੀਗੇਸ਼ਨ ਦੇ ਨਾਮ ਤੋਂ ਇੱਕ ਕੰਪਨੀ ਰਜਿਸਟਰਡ ਕਰਵਾਈ ਤੇ ਇੱਕ ਜਾਪਾਨੀ ਕੰਪਨੀ ਤੋਂ ਇੱਕ ਜਹਾਜ਼ ਲੀਜ਼ ਤੇ ਲੈ ਲਿਆ। ਇਸੇ ਜਹਾਜ਼ ਦਾ ਨਾਮ ਸੀ ਕਾਮਾਗਾਟਾ ਮਾਰੂ। ਤਦ ਭਾਈ ਗੁਰਦਿੱਤਾ ਜੀ ਨੇ ਅਨਾਉਂਸ ਕੀਤਾ ਕਿ ਆਪਾਂ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਹਨ, ਤੁਸੀਂ ਟਿਕਟ ਖਰੀਦੋ ਤੇ ਤਿਆਰੀ ਖਿੱਚੋ, ਆਪਾਂ ਕੈਨੇਡਾ ਜ਼ਰੂਰ ਚੱਲਾਂਗੇ। ਭਾਈ ਗੁਰਦਿੱਤਾ ਜੀ ਨੇ ਇੰਡੀਅਨ ਤੇ ਕੈਨੇਡੀਅਨ ਦੋਵੇਂ ਸਰਕਾਰਾਂ ਨੂੰ ਟੈਲੀਗ੍ਰਾਮ ਵੀ ਕਰ ਦਿੱਤੇ ਕਿ ਅਸੀਂ ਹੁਣ ਤੁਹਾਡੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਆ ਰਹੇ ਹਾਂ, ਇਸ ਲਈ ਹੁਣ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। 14 ਮਈ 1914 ਨੂੰ ਇਹ ਕਾਮਾਗਾਟਾ ਮਾਰੂ ਜਹਾਜ਼ 376 ਯਾਤਰੀਆਂ ਨੂੰ ਲੈ ਕੇ ਵਿਕਟੋਰੀਆ ਬੰਦਰਗਾਹ ਤੇ ਪਹੁੰਚਿਆ, ਜਿਨ੍ਹਾਂ ਚੋਂ ਜ਼ਿਆਦਾਤਰ ਯਾਤਰੀ ਸਿੱਖ ਹੀ ਸਨ। ਪਰ ਗੋਰੀ ਸਰਕਾਰ ਦੀ ਨੀਤ ਬੇਈਮਾਨ ਸੀ। ਉਹਨਾਂ ਨੇ ਜਹਾਜ਼ ਨੂੰ ਕਿਨਾਰੇ ਦੇ ਨੇੜੇ ਨਹੀਂ ਆਉਣ ਦਿੱਤਾ ਤੇ ਕਿਨਾਰੇ ਤੋਂ 2 ਕਿਲੋਮੀਟਰ ਦੂਰ ਪਾਣੀ 'ਚ ਹੀ ਰੁਕਾ ਦਿੱਤਾ ਤੇ ਕਿਹਾ ਕਿ ਭਾਵੇਂ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਆ ਰਹੇ ਹੋ ਪਰ ਫਿਰ ਵੀ ਅਸੀਂ ਤੁਹਾਨੂੰ ਐਂਟਰੀ ਨਹੀਂ ਦੇ ਸਕਦੇ। ਜਹਾਜ਼ 'ਚ ਸਵਾਰ ਸਿਰਫ ਇੱਕ ਪੰਜਾਬੀ ਡਾਕਟਰ ਤੇ ਉਹਦੀ ਫੈਮਿਲੀ ਨੂੰ ਹੀ ਜਹਾਜ਼ 'ਚੋਂ ਉਤਰਨ ਦੀ ਇਜਾਜ਼ਤ ਦਿੱਤੀ ਗਈ। ਮੰਨਿਆ ਜਾਂਦਾ ਹੈ ਕਿ ਇਹ ਡਾਕਟਰ ਅੰਗਰੇਜ਼ਾਂ ਦਾ ਜਾਸੂਸ ਸੀ ਜੋ ਸਾਰੀਆਂ ਖਬਰਾਂ ਗੋਰੀ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰਦਾ ਸੀ। ਕੈਨੇਡਾ 'ਚ ਰਹਿ ਰਹੀਆਂ ਸਿੱਖ ਸੰਗਤਾਂ ਰਾਸ਼ਨ ਪਾਣੀ ਦੀ ਕਮੀ ਕਰਕੇ ਬੇਹਾਲ ਹੋ ਰਹੇ ਆਪਣੇ ਸਿੱਖ ਸਾਥੀਆਂ ਨੂੰ ਮਿਲਣ ਜਾਣਾ ਚਾਹੁੰਦੀਆਂ ਸਨ, ਪਰ ਸਰਕਾਰ ਨੇ ਇਹਦੀ ਵੀ ਇਜਾਜ਼ਤ ਨਾ ਦਿੱਤੀ। ਕੈਨੇਡੀਅਨ ਸਿੱਖਾਂ ਨੇ ਅਦਾਲਤ ਦਾ ਵੀ ਬੂਹਾ ਖੜਕਾਇਆ, ਉੱਥੇ ਕਈ ਤਰੀਕਾਂ ਪਈਆਂ ਪਰ ਉੱਥੋਂ ਵੀ ਸਿੱਖਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਕੈਨੇਡੀਅਨ ਸਿੱਖਾਂ ਨੇ ਇੰਡੀਅਨ ਵਾਇਸਰਾਏ ਨੂੰ ਵੀ ਕਈ ਟੈਲੀਗ੍ਰਾਮ ਲਿਖੇ ਕਿ ਦੇਖੋ ਸਾਡੇ ਨਾਲ ਕਿਵੇਂ ਸ਼ਰੇਆਮ ਧੱਕਾ ਹੋ ਰਿਹਾ ਹੈ, ਪਰ ਉੱਥੋਂ ਵੀ ਵਾਪਸ ਕੋਈ ਜਵਾਬ ਨਾ ਆਇਆ। ਲਗਭਗ 2 ਮਹੀਨੇ ਬਾਅਦ ਵੀ ਜਦੋਂ ਸਿੱਖ ਵਾਪਸ ਜਾਣ ਨੂੰ ਤਿਆਰ ਨਾ ਹੋਏ ਤਾਂ ਕੈਨੇਡੀਅਨ ਸਰਕਾਰ ਨੇ ਇੱਕ ਸੀ ਲਾਈਨ ਸ਼ਿਪ ਉੱਥੇ ਭੇਜਿਆ ਤਾਂ ਜੋ ਇਸ ਜਹਾਜ਼ ਨੂੰ ਖਿੱਚ ਕੇ ਕੈਨੇਡਾ ਦੀ ਸਮੁੰਦਰੀ ਹੱਦ ਤੋਂ ਬਾਹਰ ਕਰ ਦਿੱਤਾ ਜਾਵੇ। ਉਦੋਂ ਬਾਅਦ ਇਹ ਜਿੱਥੇ ਮਰਜ਼ੀ ਜਾਣ। ਪਰ ਉਸ ਸਮੇਂ ਜਹਾਜ਼ੀ ਸਿੰਘ ਇਸ ਬੇਕਦਰੀ ਤੋਂ ਅੱਕੇ ਹੋਏ ਸਨ। ਭਾਰੀ ਕਰਜ਼ਾ ਚੁੱਕ ਕੇ ਇੱਥੋਂ ਤੱਕ ਆਉਣ ਤੋਂ ਬਾਅਦ ਵੀ ਜਦੋਂ ਉਹਨਾਂ ਨੂੰ ਠੋਕਰ ਵੱਜੀ ਤਾਂ ਉਹਨਾਂ ਦਾ ਸਭ ਕੁਝ ਬਰਬਾਦ ਹੋ ਗਿਆ ਸੀ ਤੇ ਉਹਨਾਂ ਆਰ-ਪਾਰ ਦੀ ਲੜਾਈ ਦਾ ਮਨ ਬਣਾ ਲਿਆ ਸੀ ਕਿਉਂਕਿ ਉਸ ਸਮੇਂ ਸ਼ਿਪ ਕੋਇਲੇ ਤੇ ਚੱਲਦੇ ਸਨ। ਸੀ ਲਾਈਨ ਸ਼ਿਪ ਦੇ ਨੇੜੇ ਆਉਂਦਿਆਂ ਹੀ ਜਹਾਜ਼ੀ ਸਿੰਘਾਂ ਨੇ ਉਹਨਾਂ ਤੇ ਕੋਲਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ 20 ਤੋਂ ਵੱਧ ਕੈਨੇਡੀਅਨ ਪੁਲਿਸ ਵਾਲੇ ਜ਼ਖਮੀ ਹੋ ਗਏ। ਇਸ ਗੱਲ ਤੋਂ ਬੁਖਲਾਈ ਕੈਨੇਡੀਅਨ ਸਰਕਾਰ ਨੇ ਇੱਕ ਜੰਗੀ ਜਹਾਜ਼ ਭੇਜਣ ਦਾ ਫਰਮਾਨ ਜਾਰੀ ਕਰਤਾ।
ਵੀ ਜੇ ਤੁਸੀਂ ਸਾਨੂੰ ਨੇੜੇ ਨਹੀਂ ਆਉਣ ਦਿੰਦੇ ਤਾਂ ਅਸੀਂ ਦੂਰੋਂ ਹੀ ਤੁਹਾਡੇ ਨਾਲ ਨਿਪਟਣਾ ਜਾਣਦੇ ਹਾਂ। ਪਰ ਉਸ ਸਮੇਂ ਬ੍ਰਿਟਿਸ਼ ਕੈਨੇਡੀਅਨ ਆਰਮੀ 'ਚ ਵੀ ਸਿੱਖਾਂ ਦੀ ਗਿਣਤੀ ਕਾਫੀ ਸੀ, ਸੋ ਇਹ ਖਬਰ ਛੇਤੀ ਹੀ ਲੀਕ ਹੋ ਗਈ। ਕੈਨੇਡੀਅਨ ਸਿੱਖ ਜਲੂਸ ਦੀ ਸ਼ਕਲ ਵਿੱਚ ਸੜਕਾਂ ਤੇ ਉਤਰ ਆਏ ਵੀ ਜੇ ਸਾਡੇ ਭਰਾਵਾਂ ਦਾ ਵਾਲ ਵੀ ਵਿੰਗਾ ਹੋਇਆ ਤਾਂ ਅਸੀਂ ਪੂਰੇ ਵੈਨਕੂਵਰ ਸ਼ਹਿਰ ਨੂੰ ਅੱਗ ਲਾ ਦਾਂਗੇ। ਫਿਰ ਆਖਰਕਾਰ ਸਰਕਾਰ ਦਾ ਕੈਨੇਡੀਅਨ ਸਿੱਖਾਂ ਨਾਲ ਇੱਕ ਛੋਟਾ ਜਿਹਾ ਸਮਝੌਤਾ ਹੋਇਆ। ਸਰਕਾਰ ਨੇ ਕੁਝ ਸਿੱਖਾਂ ਦੀ ਕਮੇਟੀ ਨੂੰ ਸ਼ਿਪ ਵਿੱਚ ਜਾਣਾ ਅਲਾਉ ਕੀਤਾ। ਉੱਥੇ ਜਾ ਕੇ ਉਹਨਾਂ ਆਪਸ ਵਿੱਚ ਸਲਾਹ ਕੀਤੀ ਕਿ ਹੁਣ ਤੱਕ ਆਪਾਂ ਸਾਰੇ ਹੀਲੇ ਵਸੀਲੇ ਕਰਕੇ ਦੇਖ ਚੁੱਕੇ ਹਾਂ, ਪਰ ਸਰਕਾਰ ਇਹ ਧਾਰ ਕੇ ਬੈਠੀ ਹੈ ਕਿ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਐਂਟਰੀ ਨਹੀਂ ਦੇਣੀ। ਉਹਨਾਂ ਤੁਹਾਡੇ ਤੇ ਹਮਲਾ ਕਰ ਦੇਣਾ ਹੈ ਤੇ ਅਸੀਂ ਵੀ ਸ਼ਹਿਰ ਨੂੰ ਅੱਗ ਲਾ ਕੇ ਸੰਘਰਸ਼ ਵਿੱਚ ਮਰ ਮਿਟਣਾ ਹੈ। ਹੁਣ ਇਸ ਗੱਲ ਦਾ ਕੋਈ ਹੱਲ ਨਹੀਂ ਨਿਕਲ ਸਕਦਾ, ਬਸ ਹੋਊਗਾ ਤਾਂ ਸਿਰਫ ਖੂਨ ਖਰਾਬਾ ਹੀ। ਇਸ ਲਈ ਫਿਰ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਸੁਪਨੇ ਸਜਾਏ ਇੱਥੋਂ ਤੱਕ ਆਏ ਸਿੱਖਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ। ਪਰ ਇੰਨਾ ਕੁਝ ਹੋਣ ਦੇ ਬਾਅਦ ਵੀ ਸਰਕਾਰ ਦੀਆਂ ਜਾਤੀਆਂ ਖਤਮ ਨਹੀਂ ਹੋਈਆਂ। ਪਹਿਲਾਂ ਤਾਂ ਉਹਨਾਂ ਜਹਾਜ਼ ਨੂੰ ਰਸਤੇ ਵਿੱਚ ਕਿਸੇ ਹੋਰ ਜਗ੍ਹਾ ਤੇ ਰੁਕਣ ਨਹੀਂ ਦਿੱਤਾ ਤੇ ਫੋਰਸ ਕਰਕੇ ਸਿੱਧਾ ਕਲਕੱਤੇ ਦੇ ਬਜਬਜ ਘਾਟ ਤੇ ਲੈ ਆਏ। ਤੇ ਕਿਉਂਕਿ ਇੱਕੋ ਰਾਜ ਦੇ ਅਧੀਨ ਹੋਣ ਕਰਕੇ ਕੈਨੇਡੀਅਨ ਤੇ ਇੰਡੀਅਨ ਦੋਵੇਂ ਸਰਕਾਰਾਂ ਆਪਸੀ ਸੰਪਰਕ ਵਿੱਚ ਸਨ ਤੇ ਸਿੱਖਾਂ ਦੇ ਇੱਥੇ ਪਹੁੰਚਣ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕਰਤਾ ਕਿ ਬਾਹਰੋਂ ਆਏ ਕਿਸੇ ਵੀ ਯਾਤਰੀ ਨੂੰ ਪੁਲਿਸ ਬਿਨਾਂ ਕਿਸੇ ਵਾਰੰਟ ਦੇ, ਬਿਨਾਂ ਕਿਸੇ ਕੇਸ ਦੇ ਅਰੈਸਟ ਕਰ ਸਕਦੀ ਹੈ ਤੇ ਜਦੋਂ ਤੱਕ ਚਾਹੇ ਉਸ ਨੂੰ ਜੇਲ੍ਹ ਵਿੱਚ ਜਾਂ ਕਿਸੇ ਜਗ੍ਹਾ ਤੇ ਨਜ਼ਰਬੰਦ ਕਰਕੇ ਰੱਖ ਸਕਦੀ ਹੈ। ਤੇ ਜਦੋਂ ਇਹ ਜਹਾਜ਼ ਬਜਬਜ ਘਾਟ ਤੇ ਪਹੁੰਚਿਆ ਤਾਂ ਮੁਸਾਫਿਰਾਂ ਨੂੰ ਕਾਬੂ ਕਰਨ ਲਈ ਪਹਿਲਾਂ ਤੋਂ ਹੀ ਇੱਥੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਸੀ। ਪੁਲਿਸ ਨੇ ਧੱਕੇ ਨਾਲ ਉਹਨਾਂ ਸਭ ਨੂੰ ਬਜਬਜ ਰੇਲਵੇ ਸਟੇਸ਼ਨ ਤੇ ਲਿਜਾ ਕੇ ਇੱਕ ਸਪੈਸ਼ਲ ਟ੍ਰੇਨ 'ਚ ਬਿਠਾ ਕੇ ਪੰਜਾਬ ਲਿਜਾਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਪਹਿਲਾਂ ਤੋਂ ਹੀ ਅੱਕ ਚੁੱਕੇ ਸਿੱਖਾਂ ਨੇ ਪੁਰਜ਼ੋਰ ਵਿਰੋਧ ਕੀਤਾ ਕਿ ਘੱਟੋ ਘੱਟ ਸਾਨੂੰ ਆਪਣੇ ਦੇਸ਼ 'ਚ ਤਾਂ ਮਰਜ਼ੀ ਨਾਲ ਵਿਚਰਨ ਦੀ ਇਜਾਜ਼ਤ ਦਿੱਤੀ ਜਾਵੇ। ਜਹਾਜ਼ ਵਿੱਚ ਉਹਨਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਵੀ ਸੀ। ਸਿੱਖ ਪਹਿਲਾਂ ਉਸ ਨੂੰ ਹਾਵੜਾ ਸਥਿਤ ਸਿੱਖ ਸੰਗਤ ਗੁਰਦੁਆਰਾ ਸਾਹਿਬ ਵਿੱਚ ਪਹੁੰਚਾਉਣਾ ਚਾਹੁੰਦੇ ਸਨ, ਪਰ ਜਦੋਂ ਪੁਲਿਸ ਨੇ ਬਾਹਲਾ ਧੱਕਾ ਕੀਤਾ ਤਾਂ ਰੌਲਾ ਵੱਧ ਗਿਆ ਤੇ ਪੁਲਿਸ ਨੇ ਗੋਲੀਆਂ ਚਲਾਤੀਆਂ। ਪੁਲਿਸ ਰਿਕਾਰਡ ਮੁਤਾਬਿਕ ਇਸ ਗੋਲੀकांड ਵਿੱਚ 21 ਸਿੱਖ ਸ਼ਹੀਦ ਹੋਏ, ਪਰ ਚਸ਼ਮਦੀਦਾ ਮੁਤਾਬਿਕ ਇਹ ਗਿਣਤੀ 75 ਤੋਂ ਵੱਧ ਸੀ, ਜਿਸ ਵਿੱਚ ਇੱਕ ਰਾਹਗੀਰ ਵੀ ਸ਼ਾਮਿਲ ਸੀ। ਗਵਾਹਾਂ ਮੁਤਾਬਿਕ ਸ਼ਹੀਦ ਹੋਏ ਸਿੱਖਾਂ ਦੀ ਬੋਡੀਜ਼ ਨੂੰ ਇਕੱਠਾ ਕਰਕੇ ਪੁਲਿਸ ਨੇ ਮਿੱਟੀ ਦਾ ਤੇਲ ਪਾ ਕੇ ਉੱਥੇ ਹੀ ਅੱਗ ਲਾ ਦਿੱਤੀ। ਇਸ ਹਮਲੇ 'ਚ ਭਾਈ ਗੁਰਦੱਤ ਸਿੰਘ ਜੀ ਤੇ ਕੁਝ ਹੋਰ ਸਿੱਖ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ ਤੇ ਇਸ ਤੋਂ ਬਾਅਦ ਭਾਈ ਗੁਰਦੱਤ ਸਿੰਘ ਜੀ ਪੰਜਾਬ ਜਾ ਕੇ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਿਲ ਹੋ ਗਏ ਤੇ ਚੜ੍ਹਾਈ ਕਰਨ ਤੋਂ ਪਹਿਲਾਂ ਇੱਕ ਲੰਮਾ ਸਮਾਂ ਜੇਲ੍ਹ ਵਿੱਚ ਰਹੇ। ਇਸ ਅਣਮੁੱਖੀ ਘਟਨਾ ਦੀ ਖਬਰ ਪੂਰੀ ਦੁਨੀਆ ਵਿੱਚ ਚਰਚਾ ਦਾ ਕੇਂਦਰ ਬਣ ਗਈ। ਕੈਨੇਡਾ ਵਿੱਚ ਵਸਦੇ ਆਰਮੀ ਫੌਜੀਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਵਿਰੋਧ ਕਰਦਿਆਂ ਹੋਇਆਂ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਤੇ ਉਹਨਾਂ ਸਭ ਨੇ ਆਪਣੇ ਮਿਲੇ ਤਗਮੇ ਤੇ ਸਰਟੀਫਿਕੇਟਾਂ ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਕਰਕੇ ਅੱਗ ਲਾ ਦਿੱਤੀ। ਇਸ ਮੰਦਭਾਗੀ ਘਟਨਾ ਦਾ ਇੱਕ ਪੋਜ਼ਿਟਿਵ ਪੱਖ ਇਹ ਰਿਹਾ ਕਿ ਸਾਰੇ ਵਾਕਿਏ ਦੌਰਾਨ ਸਿੱਖਾਂ ਦਾ ਆਪਸੀ ਭਾਈਚਾਰਾ ਪੁਰਜ਼ੋਰ ਰੂਪ ਨਾਲ ਕਾਇਮ ਰਿਹਾ। ਉਹਨਾਂ ਮੁਸੀਬਤ 'ਚ ਫਸੇ ਆਪਣੇ ਭਰਾਵਾਂ ਦਾ ਦੁੱਖ ਸਮਝਿਆ ਤੇ ਹੱਲ ਕੱਢਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਇਸ ਸਫ਼ਰ ਲਈ ਕਾਮਾਗਾਟਾ ਮਾਰੂ ਜਹਾਜ਼ ਦਾ $60,000 ਦਾ ਕਿਰਾਇਆ ਵੀ ਕੈਨੇਡੀਅਨ ਸਿੱਖਾਂ ਨੇ ਇਕੱਠਾ ਕਰਕੇ ਜਾਪਾਨੀ ਕੰਪਨੀ ਨੂੰ ਭੁਗਤਾਨ ਕੀਤਾ ਸੀ। ਇਸ ਮਾਮਲੇ ਨਾਲ ਜੁੜੇ ਇੱਕ ਮੁੱਖ ਅਫਸਰ ਹੌਕਿੰਸ ਜਦੋਂ ਇੱਕ ਦਿਨ ਦਫ਼ਤਰ ਤੋਂ ਆਪਣੇ ਘਰ ਆ ਰਿਹਾ ਸੀ ਤਾਂ ਇੱਕ ਜਾਗਦੀ ਜ਼ਮੀਰ ਵਾਲੇ ਸਿੱਖ ਭਾਈ ਮੇਵਾ ਸਿੰਘ ਜੀ ਲੋਪੋਕੀ ਨੇ ਆਪਣੇ ਸਿੱਖ ਭਰਾਵਾਂ ਨਾਲ ਹੋਏ ਧੱਕੇ ਦਾ ਬਦਲਾ ਲੈਂਦੇ ਹੋਏ ਉਸ ਜ਼ਾਲਮ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਤੇ ਇਸ ਬਹਾਦਰੀ ਭਰੇ ਕੰਮ ਦੀ ਸਜ਼ਾ ਦੇ ਰੂਪ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਉਹਨਾਂ ਕੈਨੇਡੀਅਨ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਹੋਣ ਦਾ ਮਾਣ ਹਾਸਿਲ ਕੀਤਾ। ਆਜ਼ਾਦੀ ਤੋਂ ਬਾਅਦ 1 ਜਨਵਰੀ 1952 ਨੂੰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਬਜਬਜ ਘਾਟ ਤੇ ਕਾਮਾਗਾਟਾ ਮਾਰੂ ਸਾਕੇ ਦੀ ਯਾਦਗਾਰ ਦਾ ਉਦਘਾਟਨ ਕੀਤਾ, ਜਿੱਥੇ ਹਰ ਸਾਲ 29 ਸਤੰਬਰ ਨੂੰ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਹੁੰਦੇ ਹਨ। ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਕਿਤੇ ਸਾਡੇ ਸ਼ਹੀਦਾਂ ਦੀਆਂ ਯਾਦਾਂ ਇਤਿਹਾਸ ਦੀ ਰੇਤ ਵਿੱਚ ਦਫਨ ਹੋ ਕੇ ਨਾ ਰਹਿ ਜਾਣ। ਹਰ ਦਿਨ ਦਾ ਸਿੱਖ ਇਤਿਹਾਸ ਜਾਣਨ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ ਤੇ ਨਾਲ ਹੀ ਵੀਰ ਤੇ ਭੈਣਾਂ ਆਪਣੀਆਂ ਸਰਦਾਰੀ ਲੁੱਕ ਵਾਲੀਆਂ ਪਿਕਸ ਵੀ ਸਾਨੂੰ ਇੰਸਟਾਗ੍ਰਾਮ ਤੇ DM ਕਰ ਸਕਦੇ ਹਨ। ਅਸੀਂ ਤੁਹਾਡੀ ID ਦਾ ਲਿੰਕ ਦੇ ਕੇ ਉਸ ਨੂੰ ਆਪਣੇ ਪੇਜ ਤੇ ਸ਼ੇਅਰ ਕਰਾਂਗੇ ਤਾਂ ਜੋ ਤੁਹਾਡੇ ਵੀ ਫੋਲੋਅਰਸ ਵਧਣਗੇ। ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ।